महला दूजा। हौमै एहा जात है, हौमै कर्म कमाहे। हौमै एई बंधना, फेर फेर जोनी पाहे। हौमै एहा जात है, हौमै कर्म कमाहे। हौमै एई बंधना, फेर फेर जोनी पाहे। हौमै कित्थों उपजै, कित संजम ए जाए। हौमै एहो हुक्म है, पै किरत फिराहे। हौमै दीर्घ रोग है, दारू पी इस माहे। किरपा करे जे अपनी, तां गुर का शब्द कमाहे। नानक कहे सुनो जनो, इत संजम दुख जाहे। किरपा करे जे अपनी, तां गुर का शब्द कमाहे। नानक कहे सुनो जनो, इत संजम दुख जाहे। वाहिगुरु जी का खालसा, वाहिगुरु जी की फतेह। परम सन्मानयोग धन धन शब्द गुरु साहिब श्री गुरु ग्रंथ साहब सच्चे पातशाह जी महाराज, तिन्हां दी मुबारक हजूरी दे अंदर इन्हां शामां वेले दे दीवानां विच हाज़रियां भर रहे अति सत्कारयोग सतसंगी जनों, सतगुरां जी दी अपार बख्शिश किरपा रहमत दे सदका असी सतगुरु जी दी बाणी दे इलाही कीर्तन नूं बड़े प्यार अते सत्कार दे नाल श्रवण कर रहे सी। हुण कुछ क समां प्राप्त होया है आप जी दे नाल सतगुरु जी दी बाणी दे विचार साझे करन दा। अज जिस पावन श्लोक दा पाठ मैं आप सरबत संगत नाल साझा कीता है, ये पावन श्लोक धन गुरु अंगद साहब सच्चे पातशाह महाराज जी ने अपने मुखार बिंद तो उचारण किया है अते धन गुरु ग्रंथ साहब सच्चे पातशाह महाराज जी की बाणी अंदर ये श्लोक 7 नंबर पौड़ी दे नाल दूजे श्लोक दे सिरलेख अधीन दर्ज है। इस पावन श्लोक दे अंदर सतगुरु गुरु अंगद साहब सच्चे पातशाह महाराज हौमे की गल करते ने। हौमे की हुंदी है, हौमे मनुख नूं किवें परेशान करदी है, इस हौमे का इलाज की है। मनुख ने, इंसान ने, बंदे ने इस हौमे तो बचना किद्दां है। हौमे जदों असीं धन गुरु ग्रंथ साहब सच्चे पातशाह महाराज जी की बाणी विचों पढ़ीए तो सतगुरु कहते ने हौमे वो चीज़ है जिहड़ी गुरु दे विचकार
ਤੇ ਸਿੱਖ ਦੇ ਵਿਚਕਾਰ ਇੱਕ ਫਰਕ ਖੜਾ ਕਰ ਦਿੰਦੀ ਹੈ, ਦੀਵਾਰ ਵਾਂਗੂ ਖੜੀ ਹੋ ਜਾਂਦੀ ਹੈ। ਜਦੋਂ ਦੋ ਮਨੁੱਖਾਂ ਦੇ ਵਿਚਕਾਰ ਦੀਵਾਰ ਆ ਜਾਵੇ ਤੇ ਇੱਕ ਦੂਜੇ ਨੂੰ ਉਹਨਾਂ ਵਾਸਤੇ ਵੇਖਣਾ ਅਸੰਭਵ ਹੋ ਜਾਂਦਾ ਹੈ। ਉਹ ਇੱਕ ਦੂਜੇ ਨੂੰ ਵੇਖ ਨਹੀਂ ਸਕਦੇ, ਇੱਕ ਦੂਜੇ ਦੇ ਨਾਲ ਗੱਲਬਾਤ ਨਹੀਂ ਕਰ ਸਕਦੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਆਖਦੀ ਹੈ, ਇੱਦਾਂ ਹੀ ਹਉਮੈ ਹੈ। ਜਦੋਂ ਹਉਮੈ ਬੰਦੇ ਦੇ ਜੀਵਨ ਵਿੱਚ ਆ ਜਾਵੇ ਤੇ ਬੰਦਾ ਵੀ ਗੁਰੂ ਨੂੰ ਵੇਖ ਨਹੀਂ ਪਾਉਂਦਾ, ਕਿਉਂਕਿ ਹਉਮੈ ਵਿੱਚ ਬੰਦਾ ਆਪਣੀ ਇੱਕ ਅਡਰੀ ਹਸਤੀ ਤਿਆਰ ਕਰ ਲੈਂਦਾ ਹੈ। ਹਉਮੈ ਦੇ ਵਿੱਚ ਬੰਦਾ ਆਪਣੀ ਇੱਕ ਵੱਖਰੀ ਸ਼ਖਸੀਅਤ ਬਣਾ ਲੈਂਦਾ ਹੈ ਤੇ ਆਪਣੇ ਆਪ ਨੂੰ ਵੱਡਾ ਗਿਣਦਾ ਹੈ, ਆਪਣੇ ਆਪ ਨੂੰ ਉੱਚਾ ਸਮਝਦਾ ਹੈ। ਜਪਜੀ ਸਾਹਿਬ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਇ। ਜੇਕਰ ਮਨੁੱਖ ਹੁਕਮ ਨੂੰ ਬੁੱਝ ਲਏ ਤਾਂ ਹਉਮੈ ਉਹਨੂੰ ਜੀਵਨ ਦੇ ਵਿੱਚ ਪਰੇਸ਼ਾਨ ਨਹੀਂ ਕਰਦੀ। ਫਿਰ ਹਉਮੈ ਜੀਵਨ ਦੇ ਵਿੱਚ ਆਉਂਦੀ ਨਹੀਂ, ਪਰ ਸ਼ਰਤ ਇਹਦੇ ਵਾਸਤੇ ਇਹ ਹੈ ਵੀ ਬੰਦਾ ਆਪਣੇ ਜੀਵਨ ਦੇ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਨੂੰ ਬੁੱਝ ਲੈ। ਤੇ ਜੇ ਬੁੱਝਦਾ ਨਹੀਂ, ਜੇ ਸਮਝਦਾ ਨਹੀਂ, ਜੇ ਪੱਲੇ ਵਿੱਚ ਨਹੀਂ ਬਣਦਾ ਤੇ ਹਉਮੈ ਨੂੰ ਜੀਵਨ ਵਿੱਚ ਆਏ ਦਿਨ ਲਗਾਤਾਰ ਪਰੇਸ਼ਾਨ ਕਰਦੀ ਰਹਿੰਦੀ ਹੈ। ਇਹ ਹਉਮੈ ਦਾ ਸੁਭਾਅ ਹੈ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਹਉਮੈ ਨੂੰ ਰੋਗ ਵੀ ਸਭ ਤੋਂ ਵੱਡਾ ਦੱਸਿਆ ਹੈ, ਸਭ ਤੋਂ ਵੱਡਾ ਰੋਗ ਹੈ। ਵੈਸੇ ਤਾਂ 5 ਵਿਕਾਰਾਂ ਦੀ ਗੱਲ ਬਾਣੀ ਨੇ ਕੀਤੀ ਹੈ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਇਹਨਾਂ ਪੰਜਾਂ ਤੋਂ ਬਚਣ ਵਾਸਤੇ ਮਹਾਰਾਜ ਨੇ ਤਾਕੀਦ ਕੀਤੀ ਹੈ ਵੀ ਬੰਦਿਆ, ਜੇ ਤੂੰ ਗੁਰੂ ਵਾਲੇ ਰਸਤੇ 'ਤੇ ਚੱਲਣਾ ਹੈ ਤੇ ਇਹਨਾਂ ਪੰਜਾਂ ਤੋਂ ਬਚ ਜਾ। ਜੇ ਗੁਰੂ ਵਾਲੇ ਰਸਤੇ 'ਤੇ ਚੱਲਣਾ ਹੈ, ਇਹਨਾਂ ਪੰਜਾਂ ਤੋਂ ਆਪਣਾ ਮੁੱਖ ਮੋੜ ਲੈ, ਨਾ ਚੱਲ ਇਹਨਾਂ ਦੇ ਰਸਤੇ 'ਤੇ। ਇਹ ਤੇਰੇ ਜੀਵਨ ਨੂੰ ਖੁਆਰ ਕਰ ਦੇਣਗੇ, ਤੇਰੇ ਜੀਵਨ ਨੂੰ ਬਰਬਾਦ ਕਰ ਦੇਣਗੇ। ਪਰ ਇਹਨਾਂ ਤੋਂ ਵੀ ਜੇ ਉੱਪਰ ਕਿਸੇ ਚੀਜ਼ ਨੂੰ ਸਤਿਗੁਰੂ ਨੇ ਬਿਆਨ ਕੀਤਾ ਹੈ ਤੇ ਉਹ ਹੈ ਹਉਮੈ। ਹਉਮੈ ਇਹਨਾਂ ਤੋਂ ਵੀ ਵੱਡੀ ਹੈ। ਮਹਾਰਾਜ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ। ਇਸ ਸ਼ਲੋਕ ਵਿੱਚ ਹਉਮੈ ਇੱਕ ਵੱਡਾ ਰੋਗ ਹੈ। ਤੇ ਹਉਮੈ ਬੰਦੇ ਨੂੰ ਕਈ ਵਾਰੀ ਧਰਮੀ ਹੋਣ ਦੀ ਵੀ ਹੋ ਜਾਂਦੀ ਹੈ। ਤੇ ਜਿਹੜਾ ਬੰਦਾ ਜੀਵਨ ਦੇ ਵਿੱਚ ਧਰਮੀ ਹੋਣ ਦਾ ਹੀ ਸਭ ਤੋਂ ਵੱਡਾ ਹੰਕਾਰ ਜੀਵਨ ਵਿੱਚ ਪਾੜ ਲਵੇ, ਸਤਿਗੁਰੂ ਕਹਿੰਦੇ ਫਿਰ ਉਹਦਾ ਇਲਾਜ ਨਹੀਂ ਕੀਤਾ ਜਾ ਸਕਦਾ। ਆਓ ਇਸ ਸ਼ਲੋਕ ਦੇ ਵਿਚਾਰ ਨੂੰ ਅਸੀਂ ਆਰੰਭ ਕਰੀਏ। ਮਹਾਰਾਜ ਇਸ ਸ਼ਲੋਕ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ, ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਹੇ। ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ, ਹੇ ਨਾਨਕ ਸੁਣੋ, ਇਸ ਤਰੀਕੇ ਨਾਲ, ਇਸ ਵਿਧੀ ਦੇ ਨਾਲ ਇਸ ਦੁੱਖ ਨੂੰ ਖਤਮ ਕੀਤਾ ਜਾ ਸਕਦਾ ਹੈ, ਇਸ ਦੁੱਖ ਨੂੰ ਮੇਟਿਆ ਜਾ ਸਕਦਾ ਹੈ, ਇਸ ਦੁੱਖ ਤੋਂ ਮੁਕਤੀ ਦਿਵਾਈ ਜਾ ਸਕਦੀ ਹੈ। ਤੇ ਦੁੱਖ ਕਾਹਦਾ ਹੈ? ਹਉਮੈ ਦਾ। ਹਉਮੈ ਵੀ ਤੇ ਬੰਦੇ ਨੂੰ ਜੀਵਨ ਦੇ ਵਿੱਚ ਇੱਕ ਦੁੱਖ ਹੀ ਹੈ ਨਾ। ਦੋ ਤਰ੍ਹਾਂ ਦੇ ਦੁੱਖ ਹੁੰਦੇ ਨੇ ਵੈਸੇ ਬੰਦੇ ਦੇ ਸਾਧ ਸੰਗਤ ਜੀਵਨ ਦੇ ਵਿੱਚ। ਇੱਕ ਦੁੱਖ ਹੁੰਦੇ ਨੇ ਬੰਦੇ ਨੂੰ ਸਰੀਰਕ ਤੌਰ 'ਤੇ, ਜਦੋਂ ਬੁਖਾਰ ਚੜ੍ਹਦਾ ਹੈ ਜਾਂ ਕੋਈ ਹੋਰ ਸਰੀਰਕ ਤੌਰ 'ਤੇ ਬੰਦੇ ਨੂੰ ਪ੍ਰੋਬਲਮ ਆਉਂਦੀ ਹੈ। ਇੱਕ ਦੁੱਖ ਉਹ ਹੁੰਦੇ ਨੇ, ਉਹਨਾਂ ਦੁੱਖਾਂ ਦਾ ਇਲਾਜ ਬਾਹਰੀ ਤੌਰ 'ਤੇ ਡਾਕਟਰ ਦੇ ਕੋਲ ਹੈ। ਤੇ ਇੱਕ ਦੁੱਖ ਬੰਦੇ ਨੂੰ ਮਾਨਸਿਕ ਤੌਰ 'ਤੇ ਆਉਂਦੇ ਨੇ, ਜਿਹੜੇ ਬੰਦੇ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਦੇ ਨੇ, ਮਾਨਸਿਕ ਤੌਰ 'ਤੇ ਬੰਦੇ ਨੂੰ ਡਿਸਟਰਬ ਕਰਦੇ ਨੇ। ਮਾਨਸਿਕ ਤੌਰ 'ਤੇ ਬੰਦਾ ਬੜੀ ਡੂੰਘੀ ਤੇ ਬੜੀ ਗਹਿਰੀ ਮਾਨਸਿਕ ਪੀੜਾ ਦੇ ਵਿੱਚੋਂ ਗੁਜ਼ਰਦਾ ਹੈ। ਦੋ ਤਰ੍ਹਾਂ ਦੇ ਦੁੱਖ ਹੁੰਦੇ ਨੇ। ਜਿਹੜੇ ਤੇ ਸਰੀਰਕ ਤੌਰ 'ਤੇ ਦੁੱਖ ਨੇ ਉਹਨਾਂ ਦਾ ਇਲਾਜ ਬਾਹਰ ਡਾਕਟਰ ਦੇ ਕੋਲ ਹੈ। ਜਿਹੜੇ ਮਾਨਸਿਕ ਤੌਰ 'ਤੇ ਬੰਦੇ ਦੀ ਸੁਰਤ ਨੂੰ ਲੱਗੇ ਹੋਏ ਦੁੱਖ ਨੇ ਉਹਨਾਂ ਦਾ ਇਲਾਜ ਗੁਰੂ ਦੇ ਕੋਲ ਹੈ। ਗੁਰੂ ਉਹਨਾਂ ਦੁੱਖਾਂ ਦਾ ਇਲਾਜ ਕਰਦਾ ਹੈ। ਇਸੇ ਕਰਕੇ ਮਹਾਰਾਜ ਨੂੰ ਵੈਦ ਲਿਖਿਆ ਬਾਣੀ ਵਿੱਚ, ਸਤਿਗੁਰ ਪੂਰਾ ਵੈਦ ਹੈ। ਗੁਰੂ ਜਿਹੜਾ ਇੱਕ ਪੂਰਾ ਵੈਦ ਹੈ ਤੇ ਵੈਦ ਦੁੱਖਾਂ ਦਾ ਇਲਾਜ ਕਰਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵੀ ਦੁੱਖਾਂ ਦਾ ਇਲਾਜ ਕਰਦੀ ਹੈ।
ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹਉਮੈ ਜੀਵਨ ਦੇ ਵਿੱਚ ਸਭ ਤੋਂ ਵੱਡਾ ਦੁੱਖ ਹੈ। ਸਭ ਤੋਂ ਵੱਡਾ ਦੁੱਖ, ਜਿਸ ਜੀਵਨ ਦੇ ਵਿੱਚ ਹਉਮੈ ਆ ਜਾਵੇ ਉਹ ਜੀਵਨ ਕਦੀ ਸੁਖੀ ਨਹੀਂ ਰਹਿ ਸਕਦਾ। ਕਿਉਂਕਿ ਹਉਮੈ ਬੰਦੇ ਦੇ ਵਿਚਕਾਰ ਇੱਕ ਦੀਵਾਰ ਬਣ ਕੇ ਖੜੀ ਹੋ ਜਾਂਦੀ ਹੈ, ਜਿਹੜੀ ਆਰ ਪਾਰ ਵੇਖਣ ਨਹੀਂ ਦਿੰਦੀ, ਤੇ ਬੰਦਾ ਕਿਸੇ ਦੂਜੇ ਵੱਲ ਵੇਖਣ ਦੀ ਫਿਰ ਸਮਰੱਥਾ ਵੀ ਨਹੀਂ ਰੱਖਦਾ। ਤਾਣ ਸਾਰਾ ਗਵਾ ਬਹਿੰਦਾ ਹੈ। ਗੁਰੂ ਵੱਲੋਂ ਦਿੱਤਿਆ ਹੋਇਆ ਤਾਣ ਸਾਰਾ ਮਿੱਟੀ ਵਿੱਚ ਮਿਲ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਇਤ ਸੰਜਮ ਦੁੱਖ ਜਾਏ, ਇਹ ਇਸ ਤਰੀਕੇ ਨਾਲ ਇਸ ਦੁੱਖ ਤੋਂ ਨਿਜਾਤ ਦਿਵਾਈ ਜਾ ਸਕਦੀ ਹੈ। ਕਿਹੜਾ ਦੁੱਖ ਹੈ? ਸਭ ਤੋਂ ਪਹਿਲਾਂ ਅਸੀਂ ਇਸ ਚੀਜ਼ ਨੂੰ ਸਮਝਣ ਦਾ ਯਤਨ ਕਰਨਾ ਹੈ। ਮਹਾਰਾਜ ਕਹਿੰਦੇ ਨੇ ਹਉਮੈ ਇਹ ਆਜ਼ਾਦ ਹੈ। ਹਉਮੈ ਦਾ ਇੱਕ ਸੁਭਾਅ ਹੈ। ਹਉਮੈ ਦਾ ਇੱਕ ਸੁਭਾਅ ਹੈ। ਹਉਮੈ ਬੰਦੇ ਨੂੰ ਇੱਕ ਵੱਖਰੇ ਰੂਪ ਦੇ ਵਿੱਚ, ਇੱਕ ਵੱਖਰੀ ਸ਼ਕਲ ਦੇ ਵਿੱਚ, ਇੱਕ ਵੱਖਰੇ ਪੈਮਾਨੇ ਵਿੱਚ ਉਹਦੇ ਜੀਵਨ ਨੂੰ ਘੜ ਦਿੰਦੀ ਹੈ। ਮਤਲਬ ਇਹਦਾ ਇਹ ਹੈ ਵੀ ਬੰਦਾ ਆਪਣੇ ਆਪ ਦੇ ਵਿੱਚ ਹੀ ਵੱਡਾ ਹੈ। ਬੰਦਾ ਕਿਸੇ ਦੂਜੇ ਦੀ ਗੱਲ ਮੰਨਣ ਵਾਸਤੇ ਤਿਆਰ ਨਹੀਂ। ਹੁਣ ਤੁਸੀਂ ਵੇਖਿਆ ਹੋਵੇਗਾ ਰਾਜਨੀਤੀ ਵਿੱਚ ਵੀ ਬੰਦੇ ਨੂੰ ਹਉਮੈ ਹੁੰਦੀ ਹੈ। ਜਿੰਨਾ ਚਿਰ ਕੁਰਸੀ ਥੱਲੇ ਹੈ ਬੰਦਾ ਰਾਜਨੀਤੀ ਵਿੱਚ ਸੁਣਦਾ ਥੋੜ੍ਹੀ ਹੈ ਕਿਸੇ ਦੀ। ਰਾਜਨੀਤੀ ਦੀ ਹਉਮੈ ਵੀ ਤਾਂ ਬੰਦੇ ਨੂੰ ਬਰਬਾਦ ਹੀ ਕਰਦੀ ਹੈ ਨਾ। ਅਤੇ ਜਿੱਦਣ ਰਾਜਨੀਤੀ ਦੀ ਕੁਰਸੀ ਥੱਲੋਂ ਖੁੱਸ ਜਾਂਦੀ ਹੈ ਉਸ ਦਿਨ ਬੰਦਾ ਸਾਰਿਆਂ ਨੂੰ ਜਾ ਕੇ ਮਿਲਦਾ ਹੈ। ਪਰ ਜਿੰਨਾ ਚਿਰ ਉਹ ਕੁਰਸੀ ਥੱਲੇ ਹੈ ਉਹਨਾਂ ਚਿਰ ਬੰਦਾ ਕਿਸੇ ਦੂਜੇ ਦੀ ਸੁਣਨ ਵਾਸਤੇ ਤਿਆਰ ਨਹੀਂ। ਬੌਸ ਬਣਿਆ ਹੁੰਦਾ ਹੈ, ਮਾਲਕ ਬਣ ਬੈਠਦਾ ਹੈ, ਜਿਵੇਂ ਮੇਰਾ ਜਿਹੜਾ ਹੁਕਮ ਹੈ ਇਸ ਸਾਰੇ ਸੰਸਾਰ 'ਤੇ ਚੱਲੇਗਾ। ਪਰ ਜਿੱਦਣ ਉਹਦੀ ਉਸ ਬਣੀ ਬਣਾਤੀ ਹਉਮੈ ਨੂੰ ਕਿਤੇ ਕੋਈ ਚੋਟ ਵੱਜਦੀ ਹੈ, ਕਿਤੇ ਕੋਈ ਸੱਟ ਵੱਜਦੀ ਹੈ, ਕਿਤੇ ਥੋੜ੍ਹਾ ਮੋਟਾ ਆਸਿਓ ਪਾਸਿਓਂ ਨੂੰ ਆਪਣੀ ਕੁਰਸੀ ਹਿੱਲਦੀ ਨਜ਼ਰ ਆਉਂਦੀ ਹੈ, ਫਿਰ ਬੰਦਾ ਦਿਲ ਮਿਲਾਉਂਦਾ ਹੈ, ਡਰਦਾ ਹੈ ਅੰਦਰ, ਹਾਏ ਮੇਰੀ ਕੁਰਸੀ ਚਲੀ ਗਈ, ਹਾਏ ਇੰਨਾ ਵੱਡਾ ਮੈਂ ਮਹਿਲ ਆਪਣੇ ਜੀਵਨ ਦੇ ਵਿੱਚ ਉਸਾਰਿਆ ਸੀ ਇੰਨੀਆਂ ਮੁਸੀਬਤਾਂ ਦੇ ਨਾਲ, ਇੱਕਦਮ ਮੇਰੇ ਥੱਲੋਂ ਕਿੱਦਾਂ ਹਟ ਗਿਆ। ਪਰ ਹਉਮੈ 'ਤੇ ਜਦੋਂ ਸੱਟ ਵੱਜਦੀ ਹੈ ਸਮਝ ਉਦੋਂ ਹੀ ਬੰਦੇ ਨੂੰ ਆਉਂਦੀ ਹੈ। ਜਦੋਂ ਹਉਮੈ 'ਤੇ ਸੱਟ ਵੱਜਦੀ ਹੈ ਬੰਦਾ ਰਸਤੇ 'ਤੇ ਉਦੋਂ ਆਉਂਦਾ ਹੈ। ਪਰ ਜਿੰਨਾ ਚਿਰ ਹਉਮੈ ਵਿੱਚ ਹੈ ਉਹਨਾਂ ਚਿਰ ਬੰਦਾ ਕਿਸੇ ਦੂਜੇ ਦੀ ਸੁਣਨ ਵਾਸਤੇ ਤਿਆਰ ਹੀ ਨਹੀਂ। ਹਉਮੈ ਚੀਜ਼ ਹੀ ਇਹੋ ਜਿਹੀ ਹੈ ਨਾ। ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹਉਮੈ ਇਹ ਆਜ਼ਾਦ ਹੈ। ਹਉਮੈ ਕਰਮ ਕਮਾਏ, ਅਤੇ ਬੰਦਾ ਹਉਮੈ ਵਿੱਚ ਹੀ ਕਰਮ ਕਮਾਉਂਦਾ ਹੈ। ਅਤੇ ਹਉਮੈ ਵਿੱਚ ਕਮਾਏ ਹੋਏ ਕਰਮ ਫਿਰ ਇਹਨੂੰ ਗੁਰੂ ਦੇ ਨਾਲ ਜੁੜਨ ਦਿੰਦੇ ਨੇ? ਨਹੀਂ ਜੁੜਨ ਦਿੰਦੇ। ਗੁਰੂ ਨਾਲੋਂ ਤਾਂ ਬੰਦਾ ਟੁੱਟ ਜਾਂਦਾ ਹੈ। ਵੈਸੇ ਸਾਧ ਸੰਗਤ ਇੱਕ ਬੇਨਤੀ ਕਰਾਂ, ਹਉਮੈ ਦੇ ਵੀ ਕਈ ਰੂਪ ਹੁੰਦੇ ਨੇ। ਹਉਮੈ ਦੇ ਵੀ ਕਈ ਰੂਪ ਨੇ। ਕਈ ਵਾਰੀ ਬੰਦਾ ਧਰਮੀ ਹੋਣ ਦੀ ਵੀ ਹਉਮੈ ਕਰਦਾ ਹੈ। ਮੈਂ ਬਹੁਤ ਵਾਰ ਬੇਨਤੀ ਕਰਦਾ ਹੁੰਦਾ ਵੀ ਹਉਮੈ ਦੇ ਜਦੋਂ ਅਸੀਂ ਰੂਪ ਸੰਸਾਰ ਵਿੱਚ ਵੇਖੀਦੇ ਨਾ, ਅਤੇ ਬੰਦਾ ਗੁਰਦੁਆਰੇ ਥੋੜ੍ਹੇ ਬਹੁਤੇ ਪੈਸੇ ਦੇ ਕੇ ਅਤੇ ਬੰਦਾ ਗੁਰਦੁਆਰੇ ਦੇ ਬਾਹਰ ਆਪਣੇ ਨਾਮ ਦੀ ਨੰਬਰ ਪਲੇਟ ਲਾਉਂਦਾ ਹੈ, ਆਪਣੇ ਨਾਮ ਨੂੰ ਲੋਕਾਂ ਦੇ ਸਾਹਮਣੇ ਵਿਖਾਉਂਦਾ ਵੀ ਮੈਂ ਗੁਰਦੁਆਰੇ ਇੰਨੀ ਸੇਵਾ ਕੀਤੀ ਹੈ, ਹੁਣ ਮੇਰੇ ਨਾਮ ਦੀ ਜਿਹੜੀ ਪਲੇਟ ਹੈ ਇੱਥੇ ਲੱਗਣੀ ਚਾਹੀਦੀ। ਇਹ ਵੀ ਇੱਕ ਹਉਮੈ ਦਾ ਰੂਪ ਹੈ। ਅਤੇ ਗੁਰਦੁਆਰੇ ਪੱਖਾ ਦੇ ਕੇ ਬੰਦਾ ਉੱਤੇ ਵੀ ਆਪਣਾ ਨਾਮ ਲਿਖਾਉਂਦਾ ਹੈ। ਇਹ ਵੀ ਇੱਕ ਹਉਮੈ ਦਾ ਰੂਪ ਹੈ ਨਾ। ਜੇ ਬਾਹਰ ਕਿਸੇ ਥਾਂ 'ਤੇ ਕਿਸੇ ਨੇ ਸਾਂਝਾ ਪਾਣੀ ਵਾਲਾ ਕੋਈ ਕੂਲਰ ਲਵਾਇਆ ਹੋਵੇ ਅਤੇ ਉਹਦੇ 'ਤੇ ਵੀ ਬੰਦਾ ਆਪਣਾ ਨਾਮ ਲਿਖਦਾ ਵੀ ਜਿਹੜਾ ਵੀ ਆਉਣ ਜਾਣ ਵਾਲਾ ਬੰਦਾ ਹੋਵੇ ਵੇਖੇ ਵੀ ਇਸ ਕੂਲਰ ਦੀ ਸੇਵਾ ਮੈਂ ਕਰਾਈ ਆ, ਇਹ ਕੂਲਰ ਮੈਂ ਦਿੱਤਾ। ਇਹ ਵੀ ਤਾਂ ਹਉਮੈ ਦੇ ਰੂਪ ਨੇ ਨਾ। ਇਹ ਵੀ ਤਾਂ ਬੰਦੇ ਨੂੰ ਜੀਵਨ ਵਿੱਚ ਹਉਮੈ ਦਾ ਰੋਗ ਲੱਗਾ ਹੋਇਆ ਹੈ ਨਾ। ਸਤਿਗੁਰੂ ਕਹਿੰਦੇ ਨੇ ਧਰਮੀ ਹੋਣ ਦੀ ਵੀ ਹਉਮੈ ਬੰਦੇ ਨੂੰ ਬਰਬਾਦ ਕਰ ਦਿੰਦੀ ਹੈ। ਇੱਕ ਹਉਮੈ ਹੈ ਮੇਰੇ ਕੋਲ ਬੜਾ ਪੈਸਾ ਹੈ, ਮੇਰੇ ਕੋਲ ਬੜਾ ਉੱਚਾ ਅਹੁਦਾ ਹੈ, ਮੈਂ ਬਹੁਤ ਅਮੀਰ ਹਾਂ। ਇੱਕ ਹਉਮੈ ਇਹ ਹੈ। ਇੱਕ ਹਉਮੈ ਹੈ ਬੰਦੇ ਨੂੰ ਧਰਮੀ ਹੋਣ ਦੀ, ਮੈਂ ਸਭ ਤੋਂ ਵੱਡਾ ਸਿੱਖ ਹਾਂ, ਮੈਂ ਕਿਸੇ ਦੂਜੇ ਦੇ ਹੱਥ ਦੀ ਰੋਟੀ ਨਹੀਂ ਖਾਂਦਾ, ਮੈਂ ਕਿਸੇ ਦੂਜੇ ਦੇ ਹੱਥ ਤੋਂ ਪ੍ਰਸ਼ਾਦਾ ਨਹੀਂ ਛਕਦਾ। ਇਹ ਵੀ ਹਉਮੈ ਹੈ ਜੀਵਨ ਵਿੱਚ। ਜੇ ਮੈਂ ਧਰਮੀ ਹਾਂ ਅਤੇ ਮੈਂ ਕਿਸੇ ਦੂਜੇ ਦੇ ਨਾਲ ਆਪਣੇ ਸਰੀਰ ਨੂੰ ਟੱਚ ਵੀ ਕਰ ਲਿਆ ਅਤੇ ਮੇਰਾ ਜਿਹੜਾ ਕੀਤਾ ਹੋਇਆ ਕਰਮ ਹੈ, ਮੇਰਾ ਜਿਹੜਾ ਧਰਮ ਹੈ, ਉਹ ਇੱਕਦਮ ਭੰਗ ਹੋ ਜਾਏਗਾ, ਭ੍ਰਿਸ਼ਟ ਹੋ ਜਾਏਗਾ। ਅੱਜ ਬੜੇ ਲੋਕ ਦੁਨੀਆ ਦੇ ਵਿੱਚ ਐਸੇ ਨੇ, ਤੁਸੀਂ ਵੇਖੋ ਤੁਹਾਨੂੰ ਹੱਥ ਵੀ ਮਿਲਾਉਣਗੇ ਅਤੇ ਪਰਨੇ ਵਿੱਚ ਹੱਥ ਵਲੇਟ ਕੇ ਅਤੇ ਫਿਰ ਤੁਹਾਨੂੰ ਹੱਥ ਮਿਲਾਉਣਗੇ। ਉਹ ਕਹਿੰਦੇ ਵੀ ਅਸੀਂ ਕਿਸੇ ਦੂਜੇ ਬੰਦੇ ਦੇ ਨਾਲ ਟੱਚ ਵੀ ਨਹੀਂ ਹੋਣਾ ਚਾਹੁੰਦੇ। ਜੇ ਅਸੀਂ ਕਿਸੇ ਦੂਜੇ ਬੰਦੇ ਦੇ ਨਾਲ ਟੱਚ ਹੋ ਗਏ ਤਾਂ ਸਾਡਾ ਜਿਹੜਾ ਧਰਮ ਕਰਮ ਹੈ ਉਹ ਖਤਮ ਹੋ ਜਾਏਗਾ। ਇਹ ਵੀ ਹਉਮੈ ਹੈ ਜੀਵਨ ਦੇ ਵਿੱਚ। ਮੈਂ ਬੜਾ ਵੱਡਾ ਧਰਮੀ ਹਾਂ, ਮੈਂ ਕਿਸੇ ਦੂਜੇ ਦੇ ਹੱਥ ਦੀ ਰੋਟੀ ਨਹੀਂ ਖਾਂਦਾ, ਇਹ ਵੀ ਹਉਮੈ ਹੈ।
ਅੰਦਾਜ਼ਾ ਲਾ ਕੇ ਵੇਖੋ, ਜਿਸ ਵਕਤ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪ੍ਰਚਾਰ ਫੇਰੀਆਂ ਕਰਦੇ ਨੇ, ਮਹਾਰਾਜ ਕਿੰਨਿਆਂ ਘਰਾਂ ਦੇ ਵਿੱਚ ਜਾਂਦੇ ਹੋਣਗੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਭ ਤੋਂ ਵੱਧ ਪ੍ਰਚਾਰ ਫੇਰੀਆਂ ਕੀਤੀਆਂ। ਮਲਕ ਭਾਗੋ ਦੇ ਘਰੇ ਗਏ, ਸੱਜਣ ਠੱਗ ਦੇ ਘਰੇ ਗਏ, ਭਾਈ ਲਾਲੋ ਦੇ ਘਰੇ ਗਏ। ਕੀ ਭਾਈ ਲਾਲੋ ਜਦੋਂ ਆਪਣੇ ਘਰ ਵਿੱਚ ਬੈਠਾ ਹੋਏਗਾ ਤੇ ਸਤਿਗੁਰੂ ਤੇ ਭਾਈ ਮਰਦਾਨਾ ਜੀ ਭਾਈ ਲਾਲੋ ਜੀ ਦੇ ਘਰ ਵਿੱਚ ਆਏ ਹੋਣਗੇ, ਤੇ ਭਾਈ ਲਾਲੋ ਕਿਤੇ ਵੱਖਰੇ ਖੂਹ ਤੋਂ ਪਾਣੀ ਭਰ ਕੇ ਲਿਆਇਆ ਹੋਏਗਾ ਮਹਾਰਾਜ ਵਾਸਤੇ। ਜਿਹੜੇ ਘੜੇ ਵਿੱਚੋਂ ਸਾਰਾ ਟੱਬਰ ਪਾਣੀ ਪੀਂਦਾ ਸੀ, ਭਾਈ ਲਾਲੋ ਨੇ ਉਸੇ ਘੜੇ ਵਿੱਚੋਂ ਗੁਰੂ ਨਾਨਕ ਸਾਹਿਬ ਨੂੰ ਜਲ ਛਕਣ ਵਾਸਤੇ ਦਿੱਤਾ ਹੋਏਗਾ। ਇਹ ਤਾਂ ਹੈ ਨਹੀਂ ਸੀ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣਾ ਪਾਣੀ ਨਾਲ ਨਾਲ ਲੈ ਕੇ ਤੇ ਸਫ਼ਰ ਕਰਦੇ ਹੋਣ। ਜਿੱਥੇ ਜਾਂਦੇ ਸਨ ਉਸੇ ਪਿੰਡ ਵਿੱਚੋਂ ਪ੍ਰਸ਼ਾਦਾ ਛਕਿਆ ਜਾਂਦਾ ਸੀ। ਭਾਈ ਲਾਲੋ ਦੇ ਘਰੇ ਮਹਾਰਾਜ ਨੇ ਕੋਧਰੇ ਦੀ ਰੋਟੀ ਖਾਣੀ ਪਸੰਦ ਕੀਤੀ। ਕੋਈ ਵੱਖਰਾ ਕੋਈ ਇਸ ਤਰ੍ਹਾਂ ਦਾ ਹਲਵਾਈ ਥੋੜ੍ਹੀ ਰੱਖਿਆ ਸੀ ਵੀ ਇਹ ਸਾਡਾ ਬੰਦਾ ਹੈ, ਇਹੋ ਹੀ ਪ੍ਰਸ਼ਾਦਾ ਤਿਆਰ ਕਰੇਗਾ ਤੇ ਇਹੋ ਹੀ ਪ੍ਰਸ਼ਾਦਾ ਛਕੇਗਾ। ਇਹ ਵੀ ਧਰਮੀ ਹੋਣ ਦਾ ਵਿਖਾਵਾ ਹੈ। ਤੇ ਮੈਨੂੰ ਅੱਜ ਵੀ ਯਾਦ ਹੈ, ਇੱਕ ਵਾਰ ਇੱਥੇ ਸਾਡੇ ਪੰਜਾਬ ਦੀ ਧਰਤੀ 'ਤੇ ਇੱਕ ਬਾਬਾ ਸੀ, ਤੇ ਬਾਬਾ ਨਲਕੇ ਤੋਂ ਪਾਣੀ ਪੀਂਦਾ ਸੀ, ਤੇ ਉਸੇ ਨਲਕੇ ਤੋਂ ਪਾਣੀ ਕੋਈ ਨੀਵੀਂ ਜਾਤ ਵਾਲਾ ਪੀ ਗਿਆ, ਤੇ ਬਾਬੇ ਨੇ ਉਸੇ ਨਲਕੇ ਨੂੰ ਅੱਗ ਲਵਾ ਕੇ ਤੇ ਬਾਅਦ 'ਚ ਉੱਥੇ ਪਾਠ ਰਖਵਾਇਆ, ਤੇ ਪਾਠ ਰਖਾਉਣ ਤੋਂ ਬਾਅਦ ਫਿਰ ਉਸ ਨਲਕੇ ਤੋਂ ਪਾਣੀ ਪੀਤਾ। ਤੇ ਉਹਨੂੰ ਪੁੱਛਿਆ ਵੀ ਇੱਦਾਂ ਕਿਉਂ ਕੀਤਾ ਹੈ? ਕਹਿੰਦਾ ਕਿਉਂਕਿ ਇੱਥੋਂ ਨੀਵੀਂ ਜਾਤ ਦਾ ਬੰਦਾ ਪਾਣੀ ਪੀ ਗਿਆ, ਤੇ ਅਸੀਂ ਤਾਂ ਬੜੇ ਉੱਚੇ ਬੜੇ ਵੱਡੇ ਧਰਮੀ ਹੁੰਦੇ ਹਾਂ, ਅਸੀਂ ਇਹਨਾਂ ਦੇ ਨਾਲ ਪਾਣੀ ਕਿੱਦਾਂ ਪੀ ਸਕਦੇ ਹਾਂ? ਇਹ ਵੀ ਹਉਮੈ ਦਾ ਪ੍ਰਗਟਾਵਾ ਹੈ। ਤੇ ਹਉਮੈ ਦਾ ਪ੍ਰਗਟਾਵਾ ਕਰਦੇ ਕਰਦੇ ਇੱਥੋਂ ਤੱਕ ਪਹੁੰਚ ਗਏ, ਕਹਿੰਦੇ ਜੇ ਖੰਡੇ ਬਾਟੇ ਦੀ ਪੌਲ ਲੈਣੀ ਹੈ ਨਾ, ਤੇ ਜਿਹੜੇ ਉਹਦੇ ਵਿੱਚ ਪਤਾਸੇ ਪਾਏ ਜਾਂਦੇ ਨੇ, ਤੇ ਪਤਾਸੇ ਬਣਦੇ ਨੇ ਗੰਨੇ ਦੇ। ਖੰਡ ਤੋਂ ਪਹਿਲਾਂ ਗੰਨੇ ਦੇ ਵਿੱਚ ਸਾਰਾ ਮਿੱਠਾ ਤਿਆਰ ਹੁੰਦਾ ਹੈ। ਜਦੋਂ ਕਮਾਦ ਬੀਜਿਆ ਜਾਂਦਾ, ਪਹਿਲਾਂ ਉਹਨੂੰ ਪਾਠ ਸੁਣਾਇਆ, ਫਿਰ ਕਮਾਦ ਨੂੰ ਪਾਠ ਸੁਣਾਉਣ ਤੋਂ ਬਾਅਦ ਕਹਿੰਦੇ ਹੁਣ ਇਸ ਕਮਾਦ ਵਿੱਚੋਂ ਜਿਹੜੀ ਨਿਕਲੀ ਖੰਡ ਹੈ, ਜਿਹੜੇ ਪਤਾਸੇ ਨਿਕਲਦੇ ਨੇ, ਹੁਣ ਅਸੀਂ ਖੰਡੇ ਬਾਟੇ ਦੀ ਪੌਲ ਉਹਦੇ ਨਾਲ ਤਿਆਰ ਕਰਨੀ ਹੈ, ਕਿਉਂਕਿ ਅਸੀਂ ਸਾਰਿਆਂ ਨਾਲੋਂ ਵੱਡੇ ਸਿੱਖ ਬਣਨਾ ਹੈ। ਤੇ ਅੱਜ ਕੱਲ੍ਹ ਤਾਂ ਅੰਮ੍ਰਿਤ ਵੀ ਵੱਡੇ ਨਿੱਕੇ ਆ ਗਿਆ। ਕੋਈ ਕਹਿੰਦਾ ਮੈਂ ਵੱਡਾ ਅੰਮ੍ਰਿਤ ਛਕਿਆ, ਮੈਂ ਕਿਸੇ ਦੇ ਹੱਥ ਦੀ ਨਹੀਂ ਕਹਿੰਦਾ। ਕੋਈ ਕਹਿੰਦਾ ਮੈਂ ਨਿੱਕਾ ਅੰਮ੍ਰਿਤ ਛਕਿਆ ਹੋਇਆ। ਮਤਲਬ ਬਹੁਤ ਕੁਝ ਹਉਮੈ ਦਾ ਪ੍ਰਗਟਾਵਾ ਕਰਨ ਵਾਸਤੇ ਅਸੀਂ ਦੁਨੀਆ ਦੇ ਵਿੱਚ ਰਾਹ ਰਸਤੇ ਅਖਤਿਆਰ ਕੀਤੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਇਸ ਹਉਮੈ ਦੇ ਬੰਧਨਾਂ ਨੂੰ ਬੰਦਿਆਂ ਦੇ ਵਿੱਚੋਂ ਤੋੜਿਆ ਸੀ। ਪੰਡਤ ਕਹਿੰਦਾ ਸੀ ਮੈਂ ਉੱਚੀ ਜਾਤ ਦਾ ਹਾਂ, ਇਹ ਹਉਮੈ ਸੀ ਉਹਦੀ। ਨੀਵੀਂ ਜਾਤ ਵਾਲਾ ਮੇਰੇ ਨਾਲ ਨਹੀਂ ਬੈਠ ਸਕਦਾ। ਸਤਿਗੁਰੂ ਨੇ ਆਖਿਆ ਸੀ ਨਹੀਂ, ਸਾਰੇ ਇੱਕ ਬਰਾਬਰ ਨੇ। ਪਹਿਲਾਂ ਪੰਗਤ ਪਾਸ਼ੇ ਸੰਗਤ ਦਾ ਸਿਧਾਂਤ ਇਹੋ ਹੀ ਤਾਂ ਸੀ ਵੀ ਪਹਿਲਾਂ ਪੰਗਤ ਵਿੱਚ ਬੈਠ ਕੇ ਬੰਦਾ ਪ੍ਰਸ਼ਾਦਾ ਛਕੇ, ਫਿਰ ਗੁਰੂ ਦੀ ਆਣ ਕੇ ਬੰਦਾ ਸੰਗਤ ਕਰੇ। ਭਾਵ ਆਪਣੇ ਮਨ ਦੇ ਵਿੱਚੋਂ ਜਿੰਨੇ ਵੀ ਹਉਮੈ ਹੰਕਾਰ ਦੇ ਨਾਲ ਬੱਝੇ ਹੋਏ ਵਹਿਮ ਤੇ ਭਰਮ ਨੇ, ਉਹਨਾਂ ਸਾਰਿਆਂ ਨੂੰ ਜੀਵਨ ਵਿੱਚੋਂ ਮਿਟਾਇਆ ਜਾਵੇ। ਇਹ ਸੀ ਇਹਨਾਂ ਚੀਜ਼ਾਂ ਦੇ ਭਾਵ। ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਹਉਮੈ ਅੱਜ ਵੀ ਚੱਲੀ ਆਉਂਦੀ ਹੈ। ਤੁਸੀਂ ਵੇਖੋ ਹਉਮੈ ਦਾ ਫਿਰ ਜਿਹੜਾ ਪ੍ਰਗਟਾਵਾ ਇੱਥੋਂ ਤੱਕ ਪਹੁੰਚ ਗਿਆ। ਬੰਦਿਆਂ ਨੇ ਇਹ ਕੁਝ ਕਰਨਾ ਸ਼ੁਰੂ ਕਰ ਦਿੱਤਾ। ਆਹ ਵੱਡੀ ਜਾਤ ਵਾਲਿਆਂ ਦੇ ਭਾਂਡੇ ਨੇ, ਜ਼ਿਮੀਂਦਾਰਾਂ ਦੇ, ਆਹ ਨੀਵੀਂ ਜਾਤ ਵਾਲਿਆਂ ਦੇ ਭਾਂਡੇ ਨੇ, ਆਹ ਬਾਬਾ ਜੀ ਦਾ ਕਮਰਾ ਹੈ, ਆਹ ਆਮ ਸਧਾਰਨ ਬੰਦੇ ਦਾ ਕਮਰਾ। ਇਹਨਾਂ ਚੀਜ਼ਾਂ ਨੂੰ ਆਹ ਬੰਦੇ ਵਰਤ ਸਕਦੇ ਨੇ, ਇਹਨਾਂ ਭਾਂਡਿਆਂ ਨੂੰ ਆਹ ਬੰਦੇ ਵਰਤ ਸਕਦੇ। ਮਤਲਬ ਕਿੱਥੋਂ ਤੱਕ ਪਹੁੰਚ ਗਏ ਅਸੀਂ ਇਸ ਹਉਮੈ ਨੂੰ ਜਿਤਾਉਂਦੇ ਜਿਤਾਉਂਦੇ। ਹਉਮੈ ਸਾਡੇ ਜੀਵਨ ਵਿੱਚ ਕਿਸ ਤਰੀਕੇ ਨਾਲ ਨੁਕਸਾਨ ਕੀਤਾ। ਭਾਈ ਗੁਰਦਾਸ ਜੀ ਦੀ ਸਾਧ ਸੰਗਤ ਇੱਕ ਬੜੀ ਕਮਾਲ ਦੀ ਪੌੜੀ ਹੈ, ਹਉਮੈ ਦੇ ਪਰਥਾਏ। ਵੈਸੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਜਦੋਂ ਇਹਦੀ ਉਦਾਹਰਨ ਦਿੱਤੀ, ਮਹਾਰਾਜ ਕਹਿੰਦੇ ਨੇ ਹਉਮੈ ਦਾ ਜਿਹੜਾ ਬੱਝਿਆ ਹੋਇਆ ਬੰਦਾ ਹੁੰਦਾ ਹੈ ਨਾ, ਉਹ ਇੱਕ ਬਾਂਸ ਦੀ ਤਰ੍ਹਾਂ ਹੁੰਦਾ ਹੈ। ਬਾਂਸ ਦੀ ਤਰ੍ਹਾਂ ਜੰਗਲ ਦੇ ਵਿੱਚ ਚੰਦਨ ਦਾ ਰੁੱਖ ਹੋਵੇ ਨਾ, ਤੇ ਚੰਦਨ ਦੇ ਰੁੱਖ ਦਾ ਇੱਕ ਸੁਭਾਅ ਹੈ, ਉਹ ਆਲੇ ਦੁਆਲੇ ਆਪਣੀ ਸੁਗੰਧੀ ਖਿਲਾਰ ਕੇ ਤੇ ਸਾਰੇ ਰੁੱਖਾਂ ਨੂੰ ਆਪਣੇ ਵਰਗੇ ਸੁਗੰਧਿਤ ਕਰ ਦਿੰਦਾ ਹੈ। ਸਾਰੇ ਰੁੱਖਾਂ ਦੇ ਵਿੱਚੋਂ ਮਹਿਕ ਆਉਂਦੀ ਹੈ। ਸਾਰੇ ਜਿਹੜੇ ਰੁੱਖ ਨੇ ਉਹ ਚੰਦਨ ਦੇ ਦਰਖਤ ਨਾਲ ਮਿਲ ਕੇ ਤੇ ਆਪਣੇ ਵਿੱਚ ਸੁਗੰਧੀ ਨੂੰ ਸਮਾ ਲੈਂਦੇ ਨੇ। ਪਰ ਇਕੱਲਾ ਬਾਂਸ ਦਾ ਇੱਕ ਇਹੋ ਜਿਹਾ ਦਰਖਤ ਹੈ ਜਿਹੜਾ ਚੰਦਨ ਦੇ ਨੇੜੇ ਰਹਿ ਕੇ ਵੀ ਉਹਦੀ ਸੁਗੰਧੀ ਨੂੰ ਪ੍ਰਾਪਤ ਨਹੀਂ ਕਰ ਸਕਦਾ। ਪਤਾ ਕਿਉਂ? ਕਿਉਂਕਿ ਉੱਚਾ ਬੜਾ ਹੁੰਦਾ ਹੈ, ਉਹਨੂੰ ਹੰਕਾਰ ਬੜਾ ਹੈ। ਇੱਕ ਤਾਂ ਉੱਚਾ ਹੈ ਬਹੁਤ ਜ਼ਿਆਦਾ, ਦੂਜਾ ਜਿਹੜੇ ਬਾਂਸ ਦੇ ਦਰਖਤ ਦੇ ਰੇਸ਼ੇ ਨੇ, ਜਿਹੜਾ ਉਹਦਾ ਤਣਾ ਹੁੰਦਾ ਹੈ ਉਹ ਬੜਾ ਸਖਤ ਹੁੰਦਾ ਹੈ। ਉਹ ਆਪਣੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੁਗੰਧੀ ਨੂੰ ਜਾਣ ਨਹੀਂ ਦਿੰਦਾ। ਤੇ ਤੀਜਾ ਉਹਦਾ ਸੁਭਾਅ ਹੈ ਵੀ ਬਾਹਰੋਂ ਭਾਵੇਂ ਕਿੰਨਾ ਮਰਜ਼ੀ ਉੱਚਾ ਹੋਵੇ, ਵਿੱਚੋਂ ਖੋਖਲਾ ਹੀ ਹੁੰਦਾ ਹੈ। ਬਾਹਰੋਂ ਬਾਂਸ ਜਿੰਨਾ ਮਰਜ਼ੀ ਉੱਚਾ ਹੋਵੇ, ਵਿੱਚ ਉਹਦੇ ਖੋਖਲਾਪਨ ਹੁੰਦਾ ਹੈ। ਤੇ ਭਗਤ ਕਬੀਰ ਸਾਹਿਬ ਨੇ ਆਖਿਆ, ਹੰਕਾਰੀ ਬੰਦਿਆ ਤੂੰ ਵੀ ਜੀਵਨ ਵਿੱਚ ਇਹੋ ਜਿਹਾ ਹੀ ਹੈ। ਬਾਹਰੋਂ ਵੇਖਣ ਨੂੰ ਤੂੰ ਵੱਡਾ ਲੱਗਦਾ ਹੈ,
पर अंदर तू भी खोखला ही है। गुरु ग्रंथ साहब सच्चे पातशाह महाराज जी की बाणी कहती बड़े बड़े जो दिसै लोग तिनको व्यापे चिंता रोग। ਜਿਹੜੇ ਤੁਹਾਨੂੰ ਦਿਸਦੇ ਨੇ ਨਾ ਬਾਹਰੋਂ ਵੱਡੇ ਵੱਡੇ ਲੋਕ ਉਹਨਾਂ ਨੂੰ ਤੁਸੀਂ ਉਹਨਾਂ ਦੇ ਕਦੀ ਅੰਦਰ ਝਾਤੀ ਮਾਰ ਕੇ ਵੇਖਿਓ ਅੰਦਰ ਉਹਨਾਂ ਦੇ ਬੜਾ ਵੱਡਾ ਚਿੰਤਾ ਦਾ ਰੋਗ ਲੱਗਾ ਹੋਇਆ। ਤੇ ਚਿੰਤਾ ਦਾ ਰੋਗ ਬੰਦੇ ਨੂੰ ਇੱਕ ਵਾਰ ਲੱਗ ਜਾਏ ਤੇ ਉਹਦਾ ਹੱਲ ਨਹੀਂ। ਬਾਹਰੀ ਤੌਰ ਤੇ ਬੰਦਾ ਬਿਮਾਰ ਹੋ ਜਾਵੇ ਤੇ ਹੱਲ ਹੋ ਜਾਂਦਾ ਹੈ, ਪਰ ਚਿੰਤਾ ਦੇ ਰੋਗ ਦਾ ਹੱਲ ਕਿੱਥੇ ਹੈ? ਅੱਜ ਹੋ ਹੀ ਰਿਹਾ ਹੈ ਨਾ ਪੰਜਾਬ ਵਿੱਚ। ਚਿੰਤਾ ਦਾ ਇੰਨਾ ਵੱਡਾ ਰੋਗ ਲੱਗਾ ਬੰਦਾ ਆਪਣੀ ਕੁਰਸੀ ਖੁੱਸ ਜਾਣ ਦੇ ਖੁਣੋਂ ਡਰੀ ਜਾਂਦਾ ਹੈ, ਜੇ ਕੁਰਸੀ ਖੁੱਸ ਗਈ ਮੈਂ ਜ਼ਿੰਦਗੀ ਕਿੱਦਾਂ ਜੀਵਾਂਗਾ। ਕਿਉਂਕਿ ਹਉਮੈ ਦਾ ਇੱਕ ਪਹਾੜ ਬਣਿਆ ਹੋਇਆ ਸੀ ਨਾ, ਪਰ ਵਿੱਚ ਤੇ ਉਹਦੇ ਹਵਾ ਸੀ, ਵਿੱਚ ਉਹਦੇ ਖੋਖਲਾ ਸੀ। ਜਿੱਦਣ ਬਾਹਰੋਂ ਕਿਸੇ ਨੇ ਮਾੜੀ ਮੋਟੀ ਹਿਲ ਜੁਲ ਕੀਤੀ, ਬਾਹਰੋਂ ਕੋ ਮਾੜਾ ਮੋਟਾ ਇੱਧਰ ਉੱਧਰ ਸਮਾਨ ਹੋ ਗਿਆ ਤੇ ਵਿੱਚ ਹਵਾ ਸੀ, ਹਵਾ ਨੇ ਕੰਮ ਖਰਾਬ ਕਰ ਦਿੱਤਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਬੰਦਿਆ ਜੀਵਨ ਵਿੱਚ ਹਉਮੈ ਕੱਢ। ਭਾਈ ਗੁਰਦਾਸ ਜੀ ਨੇ ਇੱਕ ਪੌੜੀ ਲਿਖੀ ਹੈ ਹਉਮੈ ਦੇ ਪਰਥਾਏ। ਭਾਈ ਗੁਰਦਾਸ ਜੀ ਨੇ ਜਿੰਨੇ ਵੀ ਗੁਰੂ ਘਰਾਂ ਦੇ ਵਿੱਚ ਗੁਰੂ ਪੁੱਤਰ ਹੋਏ ਨੇ ਸਾਰਿਆਂ ਦੇ ਬਾਰੇ ਸਮਝਾਇਆ ਹੈ ਤੇ ਅਖੀਰ ਤੇ ਉਹਨਾਂ ਨੇ ਆਖਿਆ ਹੈ ਵੀ ਇਹ ਵੀ ਸਾਰੇ ਬਾਂਸ ਦੇ ਦਰਖਤ ਦੀ ਤਰ੍ਹਾਂ ਨੇ, ਸੁਗੰਧੀ ਨੂੰ ਪ੍ਰਾਪਤ ਨਹੀਂ ਕਰ ਸਕੇ। ਭਾਈ ਗੁਰਦਾਸ ਜੀ ਕਹਿੰਦੇ ਨੇ ਬਾਲ ਜਤੀ ਹੈ ਸ੍ਰੀ ਚੰਦ ਬਾਬਾਣਾ ਦੇਹਰਾ ਬਣਾਇਆ। ਜਿਹੜਾ ਸ਼੍ਰੀ ਚੰਦ ਸੀ ਇਹ ਗੁਰੂ ਨਾਨਕ ਸਾਹਿਬ ਜੀ ਦੇ ਬੋਲਾਂ ਤੋਂ ਆਕੀ ਹੋ ਗਿਆ, ਮੰਨੀ ਨਹੀਂ ਗੁਰੂ ਨਾਨਕ ਸਾਹਿਬ ਜੀ ਦੀ ਗੱਲ। ਤੇ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦੇ ਉਲਟ ਇਹਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਦਾ ਡੇਰਾ ਬਣਾ ਕੇ ਤੇ ਉਹਦੀ ਲੋਕਾਂ ਦੇ ਕੋਲੋਂ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ। ਲੋਕਾਂ ਨੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਸ਼੍ਰੀ ਚੰਦ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਧਰਮ ਨੂੰ ਨਹੀਂ ਮੰਨਿਆ, ਉਹਨੇ ਆਪਣਾ ਇੱਕ ਵੱਖਰਾ ਧਰਮ ਤਿਆਰ ਕਰ ਲਿਆ। ਇਸ ਗੱਲ ਦੀ ਉਦਾਹਰਨ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਵੀ ਮਿਲਦੀ ਹੈ। ਭਾਈ ਸੱਤਾ ਦੇ ਭਾਈ ਬਲਵੰਡ ਜੀ ਲਿਖਦੇ ਨੇ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟੀਐ ਦਿਲ ਖੋਟੈ ਆਕੀ ਫਿਰਨ ਬਨ ਭਾਰੋ ਚਾਇਨ ਛਟੀਐ। ਦਿਲ ਵਿੱਚ ਖੋਟ ਸੀ ਤੇ ਸਤਿਗੁਰੂ ਤੋਂ ਆਕੀ ਹੋ ਗਏ। ਭਾਈ ਗੁਰਦਾਸ ਜੀ ਲਿਖਦੇ ਨੇ ਬਾਲ ਜਤੀ ਹੈ ਸ਼੍ਰੀ ਚੰਦ ਬਾਬਾਣਾ ਦੇਹਰਾ ਬਣਾਇਆ ਲਖਮੀ ਦਾਸੋਂ ਧਰਮਚੰਦ ਪੋਤਾ ਹੋਏ ਕੇ ਆਪ ਗਣਾਇਆ। ਗੁਰੂ ਨਾਨਕ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਸਨ ਸ਼੍ਰੀ ਚੰਦ ਤੇ ਲਖਮੀ ਦਾਸ। ਸ਼੍ਰੀ ਚੰਦ ਨੇ ਆਪਣਾ ਵੱਖਰਾ ਮਤ ਸ਼ੁਰੂ ਕਰ ਲਿਆ ਤੇ ਦੇਹਰਾ ਬਣਾ ਕੇ ਪਾਤਸ਼ਾਹ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਲਖਮੀ ਦਾਸ ਪਹਿਲਾਂ ਹੀ ਧਰਮ ਤੋਂ ਭਗੌੜਾ ਹੋ ਗਿਆ ਤੇ ਪੋਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਹ ਵੀ ਧਰਮ ਤੋਂ ਆਕੀ ਹੋ ਗਿਆ। ਲਖਮੀ ਦਾਸੋਂ ਧਰਮਚੰਦ ਪੋਤਾ ਹੋਏ ਕੇ ਆਪ ਗਣਾਇਆ। ਮੰਜੀ ਦਾਸ ਬਹਾਲਿਆ ਦਾਤਾ ਸਿਧਾਸਣ ਸਿੱਖ ਆਇਆ। ਜਦੋਂ ਦਾਤੂ ਤੇ ਦਾਸੂ ਦੀ ਵਾਰੀ ਆਈ ਉਹ ਵੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬੋਲਾਂ ਤੋਂ ਬਾਗੀ ਹੋ ਗਿਆ। ਆਖਿਆ ਗੱਦੀ ਤੇ ਸਾਡਾ ਹੱਕ ਹੈ, ਗੱਦੀ ਸਾਡੇ ਘਰ ਤੋਂ ਬਾਹਰ ਨਹੀਂ ਜਾਣੀ ਚਾਹੀਦੀ, ਗੱਦੀ ਸਾਡੀ ਜਾਇਦਾਦ ਹੈ, ਅਸੀਂ ਗੁਰੂ ਦੇ ਪੁੱਤਰ ਹਾਂ, ਗੱਦੀ ਸਾਡੇ ਘਰ ਤੋਂ ਬਾਹਰ ਕਿੱਦਾਂ ਜਾ ਸਕਦੀ ਹੈ। ਭਾਈ ਗੁਰਦਾਸ ਜੀ ਲਿਖਦੇ ਨੇ ਮੰਜੀ ਦਾਸ ਬਹਾਲਿਆ ਦਾਤਾ ਸਿਧਾਸਣ ਸਿੱਖ ਆਇਆ ਮੋਹਣ ਕਮਲਾ ਹੋਆ ਚਬਾਰਾ ਮੋਹਰੀ ਬਣਾਇਆ। ਮੋਹਣ ਵੀ ਕਮਲਾ ਹੋ ਗਿਆ ਤੇ ਕਮਲਾ ਹੋ ਕੇ ਇੱਕ ਵੱਖਰੇ ਚਬਾਰੇ ਵਿੱਚ ਬੈਠ ਗਿਆ ਤੇ ਵੱਖਰੇ ਚਬਾਰੇ ਵਿੱਚ ਬੈਠ ਕੇ ਆਪਣੇ ਆਪ ਨੂੰ ਧਰਮੀ ਘੋਸ਼ਿਤ ਕਰ ਦਿੱਤਾ। ਆਖਿਆ ਸਾਰੇ ਮੇਰੀ ਪੂਜਾ ਕਰੋ, ਮੈਂ ਹਾਂ ਗੁਰੂ ਦਾ ਪੁੱਤਰ, ਮੈਂ ਗੁਰੂ ਪੁੱਤਰ ਹੋਣ ਕਰਕੇ ਪੂਜਾ ਦਾ ਅਧਿਕਾਰੀ ਹਾਂ। ਮਹਾਰਾਜ ਕਹਿਣ ਲੱਗੇ ਕਹਿੰਦੇ ਇਹ ਵੀ ਕਮਲਾ ਹੋ ਗਿਆ ਕਿਉਂਕਿ ਗੁਰੂ ਨਾਲੋਂ ਆਪਣਾ ਨਾਤਾ ਤੋੜ ਬੈਠਾ। ਮੋਹਣ ਕਮਲਾ ਹੋਆ ਚਬਾਰਾ ਮੋਹਰੀ ਮਨਾਇਆ। ਜਿਹੜਾ ਮੋਹਰੀ ਸੀ ਉਹ ਵੀ ਗੁਰੂ ਨਾਲੋਂ ਵੱਖਰਾ ਹੋ ਗਿਆ। ਦੋਵੇਂ ਗੁਰੂ ਪੁੱਤਰ ਗੁਰੂ ਨਾਲੋਂ ਆਪਣਾ ਸੰਬੰਧ ਤੋੜ ਬੈਠੇ। ਅੱਗੇ ਫਿਰ ਮਹਾਰਾਜ ਕਹਿੰਦੇ ਨੇ ਮੀਣਾ ਹੋਵਾ ਪ੍ਰਥੀਆ। ਜਿਹੜਾ ਪ੍ਰਥੀ ਚੰਦ ਸੀ ਇਹ ਵੀ ਅੰਦਰੋਂ ਮੀਣਾ ਸੀ। ਅੰਮ੍ਰਿਤਸਰ ਸਾਹਿਬ ਦਾ ਸਾਰਾ ਪ੍ਰਬੰਧ ਪ੍ਰਿਥੀ ਚੰਦ ਕੋਲ ਸੀ। ਸਾਰੇ ਪ੍ਰਬੰਧ ਨੂੰ ਪ੍ਰਿਥੀ ਚੰਦ ਦੇਖਦਾ ਸੀ, ਸੰਭਾਲਦਾ ਸੀ। ਪਰ ਇੰਨਾ ਕੁਝ ਕਰਨ ਤੋਂ ਬਾਅਦ ਮਨ ਵਿੱਚ ਖੋੜ ਸੀ ਵੀ ਸ਼ਾਇਦ ਗੁਰੂ ਘਰ ਦੇ ਵਿੱਚ ਜਿਹੜੀ ਗੁਰਤਾ ਗੱਦੀ ਗੁਰੂ ਨਾਨਕ ਸਾਹਿਬ ਤੋਂ ਚੱਲਦੀ ਹੈਗੀ ਮੇਰੇ ਤੱਕ ਆ ਜਾਵੇ। ਜਿਹੜੀ ਸੇਵਾ ਮਨ ਵਿੱਚ ਸਵਾਰਥ ਰੱਖ ਕੇ ਕੀਤੀ ਜਾਵੇ ਉਹਨੂੰ ਸੇਵਾ ਨਹੀਂ ਕਿਹਾ ਜਾਂਦਾ। ਇਹ ਗੱਲ ਸਿੱਖ ਨੂੰ ਧਿਆਨ ਵਿੱਚ ਰੱਖਣੀ ਚਾਹੀਦੀ ਹੈ। ਸੇਵਾ ਗੁਰੂ ਘਰ ਦੇ ਵਿੱਚ ਹਮੇਸ਼ਾ ਹੀ ਜਿਹੜੀ ਹੈ ਉਹ ਨਿਰਸਵਾਰਥ ਹੋ ਕੇ ਕੀਤੀ ਜਾਂਦੀ ਹੈ। ਸਵਾਰਥ ਰੱਖ ਕੇ ਕੀਤੀ ਹੋਈ ਸੇਵਾ ਕਿਸੇ ਅਰਥ ਨਹੀਂ। ਪਰ ਅੱਜ ਸਿੱਖ ਕਰਦਾ ਹੈ ਬਾਬਾ ਮੇਰੇ ਮੁੰਡੇ ਨੂੰ ਬਾਹਰ ਭੇਜ, ਮੈਂ 40 ਦਿਨ ਆਣ ਕੇ ਤੇਰੇ ਦਰਬਾਰ ਦੇ ਵਿੱਚ ਝਾੜੂ ਮਾਰਾਂਗਾ। ਕਿ ਉੱਦਾਂ ਸਿੱਖ ਨੇ ਝਾੜੂ ਨਹੀਂ ਮਾਰਨਾ, ਸਵਾਰਥ ਰੱਖ ਕੇ ਸੇਵਾ ਕਰਨੀ ਹੈ।
कि स्वार्थ रख के सेवा की जाती है। जिस सेवा दे विच स्वार्थ आ जाए, बंदे का लालच आ जाए, उन्होंने सेवा थोड़ी कहते हैं। गुरु अंगद साहब सच्चे पातशाह महाराज जी ने 1532 तो लैके 1539 तक गुरु घर दे विच सेवा की है। कोई स्वार्थ सी उन्हां दा? निरस्वार्थ होकर महाराज ने सेवा की है। सगों आले दुआले खडूर साहब के लोग कहते सन, पता नहीं की हो गया, अपना कारोबार छड्ड के जाके करतारपुर की धरती पर बैठ गया, इनू ये फिक्र नहीं कि मेरा परिवार किदां चलेगा, इनू ये फिक्र नहीं भी घर परिवार का प्रबंध किदां करना है। पर महाराज ने कोई स्वार्थ रख के सेवा नहीं सी की। जे गुरु नानक साहब महाराज ने आख्या सी लैणे आ घाह दियां पंडां सिर ते चुक के ते करतारपुर साहब लैके जानियां ने, लैणे ने दोवें हथ जोड़ के आख्या महाराज ठीक है। तो जिदन भाई लैणा जी गुरु नानक साहब सच्चे पातशाह महाराज नूं मिलण आए, वेखिओ किड्डा कमाल दा दृश्य होएगा। उदन भाई लैणा जी करतारपुर साहब की धरती ते आए तो गुरु नानक साहब जी की महिमा उन्होंने पहले ही सुनी हुई सी। गुरु नानक साहब जी रस्ते ते खलोते हुए ने तो भाई लैणा जी ने पहला वेख्या नहीं सी, सिर्फ सुनिया सी गुरु नानक साहब बारे, वेख्या नहीं सी कदी। तो भाई लैणा जी आण के गुरु नानक साहब जी नूं पुछदे ने करतारपुर किन्नी क दूर है? महाराज कहंदे ने बस थोड़ा ही है इत्थों। कहंदे मैं करतारपुर साहब की धरती ते गुरु नानक साहब नूं मिलना है, करतारपुर साहब की धरती ते गुरु नानक साहब नूं मिलना है। अगे गुरु नानक साहब आप खलोते हुए सन। महाराज ने भाई लैणा जी नूं पुछया, लैणा जी उन्होंने क्यों मिलना है? भाई लैणा जी कहते उन्होंने बारे बड़ी उस्तत सुनी है, उन्होंने बड़ी महिमा सुनी है, इस करके मैं मिलना चाहना। सतगुरु ने आख्या भाई लैणा जी तुसीं घोड़े ते सवार हो, घोड़े दीयां वागां मैं फड़दा। भाई लैणा जी घोड़े ते सवार होए, गुरु नानक साहब घोड़े दीयां वागां फड़ के ते करतारपुर साहब वाले पासे नूं तुरे जांदे ने। जदों सामने करतारपुर साहब दा थां आया, वो जगह आई, गुरु नानक साहब ने भाई लैणा जी नूं आख्या ओ मंजे दे उपर पलंग दे उपर गुरु नानक साहब बैठे होणगे। भाई लैणा जी घोड़े तो उतरे, उधरले पासे वाल नूं गए। थोड़े चिर बाद वेख्या महाराज आप आण के सिंघासन ते विराजमान हो गए। किन्नी निमरता होएगी। असल में जो साखीकार ने साध संगत ये साखी लिखी ना, इन्हां चीज़ों के पिछे बड़े डूंघे ते बड़े गहरे भाव सन। भाई लैणा जी ने जदों घोड़े ते सवार होए तो घोड़े दीयां वागां गुरु नानक साहब सच्चे पातशाह महाराज ने हाथ में फड़ियां। तो इन्हां चीज़ों का मतलब ये सी भी लैणिया जिद्दां अज घोड़े दीयां वागां मैनूं फड़ाइयां ने ना, इदां आपदे मन दीयां वागां मैनूं फड़ा दे, मैं तैनूं लैणे तो अंगत बना देंगा, मैं तैनूं लैणे तो अंगत बना देंगा। इहो जिहा लैणे तो अंगत बनाया, इहो जिहा लैणे तो अपने शरीर का एक अंग तैयार किया, इहो जिहा लैणे तो अंगत बनाया कि गुरु अंगद साहब का नाम रहिंदी दुनिया तक अमर रहेगा। गुरु अंगद साहब महाराज नूं रहिंदी दुनिया तक लोग याद करनगे, गुरु अंगद साहब की महिमा रहिंदी दुनिया तक लोग गाउंदे रहणगे। इहो ही गुरु रामदास साहब सच्चे पातशाह महाराज नाल होया सी। ताइयों पातशाह ने बाणी में लिखिया सी ना, हम रुलते फिरते कोई बात ना पूछता, गुर सतगुर संग कीरे हम थापे। सतगुरु जी असीं गलियां विच रुलदे सां, कोई पुछदा नहीं सी, पर जिदन तुहाडा संग प्राप्त होया कीरे हम थापे, तुसीं सानूं कीड़ियां नूं पातशाह दे बादशाहां दे स्थान तक थाप दिता। जिहड़ा गुरु रामदास महाराज लाहौर दी चूना मंडी दे विच एक अनाथा वांगू पलिया सी, जिन्हों ये नहीं सी पता भी शाम की रोटी मिलनी भी है कि नहीं मिलनी, अज उस गुरु रामदास महाराज के दर ते किन्ने लोग अज प्रशादा छक के जाते हैं। इस तो वड्डी महिमा होर की हो सकती है गुरु की। ये है गुरु की संगत का फल। तो जिन्हों ने गुरु की संगत का फल नहीं माणिया, जिहड़े अपने हंकार दे विच मस्त रहे, महाराज कहते उन्हों की हालत पृथ्वी चंद वर्गी हुई। ताइयों सिख रहत मर्यादा में लिखा है ना भी मीणियां दे नाल सिख ने नहीं वरतना, मीणियां दे नाल सिख का कोई संबंध नहीं। भाई गुरदास जी अखीरली उदाहरण दे विच फिर अखीरली पंक्ति में कहते हैं चंदन वांस ना वांस बहाया। इन्हां सारियां ने चंदन के दरखत के नेड़े रह के भी वांस की सुगंधी प्राप्त नहीं की। भाव गुरु के नेड़े रह के भी गुरु की संगत नूं ये सारे नहीं मान सके, गुरु की संगत तो वांझे रहे। जीवन में हौमे सी, हौमे किसी बन्ने नहीं लगी, इस करके हौमे में अपने आप नूं वड्डा जताउंदे रहे तो गुरु तो आकी हो बैठे। अज तक गुरु ग्रंथ साहब सच्चे पातशाह महाराज जी की बाणी इस गल की गवाही भरती है। श्लोक में धन गुरु अंगद साहब महाराज कहते हैं हौमै यही बंधना। इस हौमे के बंधना में पिया होया बंदा वार वार जूना दे विच भड़कदा है,
ਵਾਰ-ਵਾਰ ਜੂਨਾਂ ਦੇ ਵਿੱਚ ਆਉਂਦਾ, ਫਿਰ ਜੋਨੀ ਪਾਹੇ ਹਉਮੈ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ। ਮਨ ਵਿੱਚ ਸਵਾਲ ਪੈਦਾ ਹੁੰਦਾ ਹੈ, ਹਉਮੈ ਪੈਦਾ ਕਿੱਥੋਂ ਹੁੰਦੀ ਹੈ? ਹਉਮੈ ਦੇ ਪੈਦਾ ਹੋਣ ਦਾ ਜ਼ਰੀਆ ਕੀ ਹੈ? ਹਉਮੈ ਦੇ ਪੈਦਾ ਹੋਣ ਦਾ ਸੋਰਸ ਕੀ ਹੈ? ਸਤਿਗੁਰੂ ਕਹਿੰਦੇ ਨੇ ਹਉਮੈ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ। ਤੇ ਕਿਹੜੇ ਸੰਜਮ ਨਾਲ ਹਉਮੈ ਜੀਵਨ ਦੇ ਵਿੱਚੋਂ ਬਾਹਰ ਨਿਕਲਦੀ ਹੈ? ਹਉਮੈ ਨੂੰ ਕੱਢਣਾ ਬੜਾ ਔਖਾ ਹੈ ਨਾ। ਜੇ ਤੇ ਬੰਦੇ ਨੂੰ ਵੈਸੇ ਹਉਮੈ ਹੋਵੇ ਤੇ ਨਿਕਲ ਜਾਂਦੀ ਹੈ, ਜੇ ਹਉਮੈ ਹੀ ਧਰਮੀ ਹੋਣ ਦੀ ਹੋ ਜਾਵੇ ਤੇ ਉਹਨੂੰ ਕੱਢਣਾ ਬੜਾ ਔਖਾ। ਮੈਂ ਇੰਨਾ ਪਾਠ ਕਰਦਾ ਹਾਂ, ਮੈਂ ਇੱਕ ਦਿਨ ਦੇ ਵਿੱਚ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਦਾ। ਪਾਠ ਪੜ੍ਹਨਾ ਮਾੜੀ ਗੱਲ ਨਹੀਂ, ਪਰ ਪਾਠ ਪੜ੍ਹਨ ਦੀ ਹਉਮੈ ਜੀਵਨ ਦੇ ਵਿੱਚ ਪਾਲ ਲੈਣਾ ਇਹ ਮਾੜੀ ਗੱਲ ਹੈ। ਸਿੱਖ ਹੋਣਾ ਮਾੜੀ ਗੱਲ ਨਹੀਂ, ਪਰ ਵੱਡੇ ਸਿੱਖ ਹੋਣ ਦਾ ਦਾਅਵਾ ਕਰ ਦੇਣਾ ਇਹ ਮਾੜੀ ਗੱਲ ਹੈ। ਸਿੱਖ ਹੋਣਾ ਮਾੜਾ ਨਹੀਂ, ਪਰ ਮੈਂ ਹੀ ਸਭ ਤੋਂ ਉੱਚਾ ਤੇ ਸੁੱਚਾ ਸਿੱਖ ਹਾਂ, ਮੈਂ ਕਿਸੇ ਦੂਜੇ ਦੇ ਹੱਥ ਦਾ ਪ੍ਰਸ਼ਾਦਾ ਨਹੀਂ ਛਕਦਾ, ਇਹ ਕੇਵਲ ਹਉਮੈ ਦਾ ਪ੍ਰਗਟਾਵਾ ਹੈ। ਸਿੱਖੀ ਨਹੀਂ ਇੱਦਾਂ ਦੀ। ਸਿੱਖੀ ਵੱਖਰੀ ਚੀਜ਼ ਹੈ। ਸਿੱਖੀ ਇੱਕ ਅਲੱਗਾ ਚੀਜ਼ ਹੈ। ਮਹਾਰਾਜ ਕਹਿੰਦੇ ਨੇ ਹਉਮੈ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ, ਹਉਮੈ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ। ਹੁਣ ਇਹਦਾ ਉੱਤਰ ਵੀ ਅੱਗੇ ਨਾਲ ਹੀ ਦੇ ਦਿੱਤਾ। ਸਤਿਗੁਰੂ ਕਹਿੰਦੇ ਨੇ ਹਉਮੈ ਪੈਦਾ ਵੀ ਤੇਰੇ ਜੀਵਨ ਵਿੱਚੋਂ ਹੀ ਹੁੰਦੀ ਹੈ। ਤੇ ਪੈਦਾ ਹੋਣ ਦਾ ਸੋਰਸ ਪਤਾ ਕੀ ਹੈ? ਕਹਿੰਦੇ ਪਏ ਕਿਰਤ ਫਿਰਾਹੇ। ਜਦੋਂ ਤੂੰ ਆਪਣੇ ਜੀਵਨ ਦੇ ਵਿੱਚ ਕੋਈ ਵੀ ਕੰਮ ਕਰਦਾ ਹੈ, ਕੋਈ ਵੀ ਸੰਸਕਾਰ ਕਰਦਾ ਹੈ, ਇਹ ਹਉਮੈ ਤੇਰੇ ਉਹਨਾਂ ਕੀਤੇ ਹੋਏ ਕੰਮਾਂ ਦੇ ਵਿੱਚੋਂ, ਕੀਤੇ ਹੋਏ ਸੰਸਕਾਰਾਂ ਦੇ ਵਿੱਚੋਂ ਹੀ ਪੈਦਾ ਹੁੰਦੀ ਹੈ। ਤੇ ਜੇ ਤੇਰੇ ਜੀਵਨ ਦੇ ਵਿੱਚ ਕੰਮ ਚੰਗੇ ਨੇ, ਹਉਮੈ ਨਹੀਂ ਆਵੇਗੀ। ਜੇ ਕਰਮ ਹੀ ਮਾੜੇ ਨੇ ਤੇ ਤੇਰੇ ਜੀਵਨ ਵਿੱਚ ਹਉਮੈ ਹੈ। ਮਹਾਰਾਜ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ ਦਾਰੂ ਪੀ ਇਹ ਸਮਾਹੇ। ਇਹ ਹਉਮੈ ਰੋਗ ਵੱਡਾ ਹੈ, ਪਰ ਕਿਤੇ ਇਹ ਨਾ ਸੋਚ ਲਈ ਇਹਦਾ ਇਲਾਜ ਨਹੀਂ। ਇਹਦਾ ਇਲਾਜ ਵੀ ਇਹਦੇ ਵਿੱਚ ਹੀ ਪਿਆ ਹੋਇਆ। ਇਹ ਲਾ ਇਲਾਜ ਬਿਮਾਰੀ ਨਹੀਂ, ਇਲਾਜ ਹੈ ਇਹਦਾ, ਪਰ ਇਲਾਜ ਇਹਦਾ ਗੁਰੂ ਦੇ ਕੋਲ ਹੈ। ਅੱਗੇ ਮਹਾਰਾਜ ਕਹਿੰਦੇ ਨੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਜੇ ਗੁਰੂ ਕਿਰਪਾ ਕਰੇ, ਜੇ ਗੁਰੂ ਜੀਵਨ ਦੇ ਵਿੱਚ ਰਹਿਮਤ ਕਰੇ ਤੇ ਗੁਰੂ ਦੇ ਸ਼ਬਦ ਨੂੰ ਕਮਾ ਕੇ ਹਉਮੈ ਨੂੰ ਜੀਵਨ ਦੇ ਵਿੱਚੋਂ ਕੱਟਿਆ ਜਾ ਸਕਦਾ ਹੈ। ਅਖੀਰ ਤੇ ਮਹਾਰਾਜ ਕਹਿੰਦੇ ਨੇ ਨਾਨਕ ਕਹੈ ਸੁਣੋ ਜਨੋ ਏਤ ਸੰਜਮ ਦੁਖ ਜਾਏ। ਨਾਨਕ ਆਖਦਾ ਹੈ ਹੇ ਸੰਤ ਜਨੋ ਸੁਣੋ, ਇਸ ਤਰੀਕੇ ਨਾਲ, ਇਸ ਸੰਜਮ ਨਾਲ ਇਸ ਦੁੱਖ ਨੂੰ ਜੀਵਨ ਦੇ ਵਿੱਚੋਂ ਕੱਟਿਆ ਜਾ ਸਕਦਾ ਹੈ। ਸੋ ਇਹ ਹਉਮੈ ਦਾ ਇਲਾਜ ਹੈ, ਜਿਹੜਾ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸਲੋਕ ਦੇ ਵਿੱਚ ਸਮਝਾਇਆ ਹੈ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ। ਭੁੱਲਾਂ ਚੁੱਕਾਂ ਦੀ ਖਿਮਾ, ਵਡਿਆਈ ਗੁਰੂ ਦੀ। ਜੇ ਕੋਈ ਬੋਲ ਚੰਗਾ ਲੱਗਾ ਹੋਵੇ, ਗੁਰੂ ਦਾ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ ਜੀ। ਅੰਤ ਵਿੱਚ ਬੁਲਾਓ ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।